ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਚੈਨਲ ਧਰਤਲ ਕੋਈ ਵੀ ਸਵਾਗਤ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਕਰੀਬ 1.4 ਬਿਲੀਅਨ ਵਾਲਾ ਦੇਸ਼, ਦੁਨੀਆ ਦੀ ਕੁੱਲ ਆਬਾਦੀ ਦਾ ਕਰੀਬ 18% ਹਿੱਸੇ ਵਾਲਾ ਦੇਸ਼ ਭਾਰਤ। 2021 ਦੀਆਂ ਰਿਪੋਰਟਾਂ ਅਨੁਸਾਰ ਭਾਰਤ ਵਿੱਚ ਕਰੀਬ 945 ਮਿਲੀਅਨ ਵੋਟਰ ਹਨ। ਭਾਰਤ ਵਿੱਚ 6 ਰਾਸ਼ਟਰੀ ਅਤੇ 54 ਖੇਤਰੀ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹਨ। ਲੋਕਾਂ ਲਈ ਅਤੇ ਲੋਕਾਂ ਦੁਆਰਾ ਸਥਾਪਿਤ ਲੋਕਤੰਤਰ, ਜਮਹੂਰੀਅਤ ਜਾਂ ਡੈਮੋਕ੍ਰੇਸੀ ਵਿੱਚ ਸੈਕੂਲਰਿਜ਼ਮ ਭਾਰਤੀ ਰਾਜਨੀਤੀ ਦੀ ਵਿਸ਼ੇਸ਼ਤਾ ਹੈ। ਭਾਰਤੀ ਜਨਤਾ ਪਾਰਟੀ 2014 ਤੋਂ ਸੱਤਾ ਵਿੱਚ ਹੈ ਤੇ 2024 ਦੀਆਂ ਆਮ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਲਗਾਉਣ ਲਈ ਯਤਨਸ਼ੀਲ ਹੈ। NDA ਯਾਨੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕਰੀਬ 40 ਛੋਟੀਆਂ ਵੱਡੀਆਂ ਪਾਰਟੀਆਂ ਇਸ ਗੱਠਜੋੜ ਦਾ ਹਿੱਸਾ ਹਨ ਜਾਂ ਬਣ ਸਕਦੀਆਂ ਹਨ, ਜਦ ਕਿ ਨਵਾਂ ਹੋਂਦ ਵਿੱਚ ਆਇਆ ਗੱਠਜੋੜ INDIA ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ UPA ਦਾ ਨਵਾਂ ਅਵਤਾਰ ਹੈ, ਜੋ ਕਰੀਬ 26 ਪਾਰਟੀਆਂ ਤੇ ਆਧਾਰਿਤ ਹੈ। ਕਿਆਸ ਲਗਾਏ ਜਾ ਰਹੇ ਹਨ ਤੇ ਸਮਝਿਆ ਜਾਂਦਾ ਹੈ ਕਿ ਇਸ ਨਵੇਂ ਗੱਠਜੋੜ ਦੀ ਅਗਵਾਈ ਕਾਂਗਰਸ ਹੀ ਕਰੇਗੀ। ਹਾਲਾਂਕਿ 2014 ਤੇ 2019 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਨਹੀਂ ਰਹੀ, ਪਰ ਫਿਰ ਵੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਰਾਸ਼ਟਰੀ ਆਧਾਰ ਨੂੰ ਦੇਖਦਿਆਂ ਕਾਂਗਰਸ ਦੇ ਹੀ ਇਸ ਅਲਾਇੰਸ ਨੂੰ ਲੀਡ ਕਰਨ ਦੇ ਸਮਰੱਥ ਹੈ। ਯੋਗਤਾ ਤੇ ਸਮਰੱਥਾ ਦੋ ਅਲੱਗ-ਅਲੱਗ ਮਾਪਦੰਡ ਹਨ। ਭਾਵੇਂ ਕਾਂਗਰਸ ਲੀਡਰਸ਼ਿਪ ਵਿੱਚ ਯੋਗਤਾ ਦੀ ਘਾਟ ਝਲਕਦੀ ਹੈ, ਪਰ ਸਮਰੱਥਾ ਯੋਗਤਾ ਤੋਂ ਕਿਤੇ ਜ਼ਿਆਦਾ ਹੈ। 2019 ਦੇ ਆਮ ਚੁਣਾਵ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕੁੱਲ 37% ਵੋਟਾਂ ਤੋਂ ਬਾਅਦ ਕਾਂਗਰਸ ਨੂੰ ਰਾਸ਼ਟਰੀ ਪੱਧਰ ਤੇ ਸਭ ਤੋਂ ਜ਼ਿਆਦਾ ਕਰੀਬ 20% ਵੋਟ ਪ੍ਰਾਪਤ ਹੋਏ, ਜੋ ਕਾਂਗਰਸ ਦੀ ਸਮਰੱਥਾ ਨੂੰ ਦਰਸਾਉਂਦੇ ਹਨ। ਅੱਜ-ਕੱਲ੍ਹ ਭਾਰਤੀ ਜਨਤਾ ਪਾਰਟੀ ਦੇਸ਼ ਦੇ 6 ਰਾਜਾਂ ਵਿੱਚ ਆਪਣੇ ਬੂਤੇ ਅਤੇ 9 ਰਾਜਾਂ ਵਿੱਚ ਹੋਰ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਸਰਕਾਰ ਚਲਾ ਰਹੀ ਹੈ। ਕਾਂਗਰਸ ਦੇਸ਼ ਦੇ 4 ਰਾਜਾਂ ਵਿੱਚ ਆਪਣੇ ਬੂਤੇ ਅਤੇ 3 ਰਾਜਾਂ ਵਿੱਚ ਗੱਠਜੋੜ ਸਰਕਾਰਾਂ ਦਾ ਹਿੱਸਾ ਹੈ। ਭਾਵੇਂ ਕਾਂਗਰਸ ਦੀ ਅਗਵਾਈ ਮੁੱਖ ਰੂਪ ਵਿੱਚ ਰਾਹੁਲ, ਪ੍ਰਿੰਕਾ ਤੇ ਸੋਨੀਆ ਗਾਂਧੀ ਆਧਾਰਿਤ ਹੈ, ਪਰ INDIA ਦੇ ਅਨੇਕਾਂ ਸਵੈ ਵਿਰੋਧੀ ਵਿਚਾਰਧਾਰਾ ਵਾਲੇ ਰਾਸ਼ਟਰੀ ਜਾਂ ਖੇਤਰੀ ਨੇਤਾਵਾਂ ਦੀ ਭਰਮਾਰ ਹੈ। ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਸ਼ਰਦ ਪਵਾਰ, ਨਿਤਿਸ਼ ਕੁਮਾਰ ਜਿਹੇ ਹੋਰ ਕਈ। ਪਰ NDA ਦੇ ਬੈਨਰ ਵਿੱਚ ਨਰਿੰਦਰ ਮੋਦੀ ਸਰਬਪ੍ਰਵਾਨਿਤ ਨੇਤਾ ਹਨ ਤੇ ਅਮਿਤ ਸ਼ਾਹ ਅਤੇ JP ਨੱਡਾ ਸਹਿਯੋਗੀ ਭੂਮਿਕਾ ਵਿੱਚ ਹਨ। NDA ਦੀਆਂ 40 ਸਹਿਯੋਗੀ ਪਾਰਟੀਆਂ ਵਿੱਚ ਅਨੇਕਾਂ ਅਜਿਹੇ ਹਨ ਜਿਨ੍ਹਾਂ ਦਾ ਇੱਕ ਵੀ ਵਿਧਾਇਕ ਜਾਂ ਸੰਸਦ ਚੋਣ ਜਿੱਤ ਨਹੀਂ ਸਕਿਆ। ਨਲਾਇਕ ਵਿਦਿਆਰਥੀ ਸਕੂਲ ਬਦਲਦੇ ਨੇ, ਜਮਾਤ ਨਹੀਂ ਵਾਲੀ ਕਹਾਵਤ ਇਹਨਾਂ ਪਾਰਟੀਆਂ ਤੇ ਠੀਕ ਢੁਕਦੀ ਹੈ, ਜੋ ਮੌਕੇ ਅਨੁਸਾਰ ਗਠਬੰਧਨਾਂ ਦਾ ਹਿੱਸਾ ਬਣ ਜਾਂਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਦਾ ਕਿਸੇ ਵਿਸ਼ੇਸ਼ ਜਾਤੀ ਦੇ ਵੋਟਰਾਂ ਤੇ ਹੀ ਪ੍ਰਭਾਵ ਹੁੰਦਾ ਹੈ, ਸੋ ਇਹ ਪਾਰਟੀਆਂ ਜਿੱਤਦੀਆਂ ਨਹੀਂ ਪਰ ਨਤੀਜਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਤਤਕਾਲੀਨ ਰਾਜਨੀਤਿਕ ਸਮੀਕਰਨਾਂ ਵਿੱਚ BJP ਨੂੰ ਇਹਨਾਂ ਦੇ ਸਹਿਯੋਗ ਦੀ ਕੀਮਤ ਅਦਾ ਕਰਨੀ ਪਵੇਗੀ, ਭਾਵੇਂ ਇੱਕ ਸੀਟ ਦੀ ਹੀ। ਗੋਪਾਲ ਕਾਂਡਾ ਜਿਹੇ ਅਖੌਤੀ ਰਾਜਨੀਤਿਕਾਂ ਨੂੰ ਵੀ ਸਨਮਾਨ ਦੇਣਾ ਪੈ ਰਿਹਾ ਹੈ। BJP ਨੂੰ ਵੱਡੇ ਅਨੁਸ਼ਾਸਨ ਸੰਗਠਨ RSS ਦਾ ਸਮਰਥਨ ਤੇ ਅਸ਼ੀਰਵਾਦ ਪ੍ਰਾਪਤ ਹੈ, ਜੋ ਹਿੰਦੂ ਵੋਟਰਾਂ ਨੂੰ ਲਾਮਬੰਦ ਕਰਦਾ ਹੈ, ਜਦਕਿ INDIA ਵਿੱਚ ਅਲਪਸੰਖਿਅਕ ਜਾਂ ਪਛੜੇ ਵੋਟਰਾਂ ਨੂੰ ਸਾਧਨ ਵਾਲੇ ਕਈ ਨੇਤਾ ਹਨ ਜੋ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਹਨ। ਜੇ ਗੱਲ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੀ ਕਰੀਏ ਤਾਂ ਸਥਿਤੀ NDA ਪੱਖੀ ਹੀ ਨਜ਼ਰ ਆਉਂਦੀ ਹੈ। ਨਰਿੰਦਰ ਮੋਦੀ ਨੂੰ ਕਰੀਬ 2.5 ਦਹਾਕੇ ਤੋਂ ਰਾਜ ਅਤੇ ਕੇਂਦਰ ਵਿੱਚ ਸਫਲ ਸਰਕਾਰਾਂ ਦੀ ਅਗਵਾਈ ਕਰ ਰਹੇ ਹਨ। ਰਾਹੁਲ ਗਾਂਧੀ ਕਦੇ ਵੀ ਕਿਸੇ ਸਰਕਾਰ ਵਿੱਚ ਅਧਿਕਾਰਕ ਤੌਰ ਤੇ ਕੰਮ ਨਹੀਂ ਕੀਤਾ, ਪਰ 2004 ਤੋਂ 2014 ਤੱਕ UPA ਦੀ ਮਨਮੋਹਨ ਸਿੰਘ ਸਰਕਾਰ ਵਿੱਚ ਉਹ ਸੁਪਰ PM ਦੀ ਸਥਿਤੀ ਵਿੱਚ ਸਨ ਤੇ ਸਰਕਾਰ ਵਿੱਚ ਭਾਰੀ ਦਖਲਅੰਦਾਜ਼ੀ ਵੀਟੋ ਵਿੱਚ ਸਨ। ਇਹਨਾਂ ਦਿਨਾਂ ਵਿੱਚ ਰਾਹੁਲ ਗਾਂਧੀ ਆਪਣੇ ਆਪ ਨੂੰ ਚੋੜਾ ਤੇ ਬਾਜ਼ਾਰ ਨੂੰ ਸੋੜਾ ਸਮਝਦੇ ਸਨ। ਰਾਹੁਲ ਗਾਂਧੀ ਨੂੰ ਸੰਗਠਨ ਚਲਾਉਣ ਦਾ ਸੰਖੇਪ ਜਿਹਾ ਅਨੁਭਵ ਹੈ, ਜਦ ਉਹਨਾਂ ਦਸੰਬਰ 2017 ਤੋਂ ਜੁਲਾਈ 2019 ਤੱਕ ਕਾਂਗਰਸ ਦੀ ਪ੍ਰਧਾਨ ਦੇ ਤੌਰ ਤੇ ਅਗਵਾਈ ਕੀਤੀ। ਪਰ ਇਹ ਅਨੁਭਵ ਬੜਾ ਹੀ ਕੋੜਾ ਤੇ ਬੁਰੇ ਸੁਪਨੇ ਵਰਗਾ ਸੀ, ਜਦ ਕਾਂਗਰਸ ਪਹਿਲੀ ਵਾਰ ਆਮ ਚੋਣਾਂ ਵਿੱਚ ਅੱਧੇ ਸੈਂਕੜੇ ਵੀ ਨਾ ਛੂ ਸਕੀ। ਨਰਿੰਦਰ ਮੋਦੀ ਨੇ ਜਿੰਨੀਆਂ ਵੀ ਚੋਣਾਂ ਲੜੀਆਂ ਉਹ ਭਾਰੀ ਬਹੁਮਤ ਨਾਲ ਜਿੱਤੀਆਂ, ਗੁਜਰਾਤ ਅਸੈਂਬਲੀ ਅਤੇ ਲੋਕ ਸਭਾ ਸਮੇਤ। ਪਰ ਰਾਹੁਲ ਗਾਂਧੀ 2019 ਵਿੱਚ ਅਮੇਠੀ ਤੋਂ ਸਿਮਰਤੀ ਇਰਾਨੀ ਤੋਂ ਹਾਰ ਗਏ। ਹਾਲਾਂਕਿ ਉਹ ਵਾਇਨਾਡ ਸੀਟ ਜਿੱਤ ਕੇ ਸੰਸਦ ਬਣ ਗਏ, ਪਰ ਇੱਕ ਅਣਕਿਆਸੇ ਘਟਨਾਕ੍ਰਮ ਵਿੱਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਦੀ ਮੈਂਬਰੀ ਗਵਾ ਬੈਠੇ। ਸੁਣਵਾਈ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਜੇਕਰ ਫੈਸਲਾ ਰਾਹੁਲ ਗਾਂਧੀ ਦੇ ਹੱਕ ਵਿੱਚ ਨਾ ਆਇਆ ਤਾਂ ਉਹ 8 ਸਾਲ ਲਈ ਇਲੈਕਸ਼ਨ ਲੜਨ ਦੇ ਅਯੋਗ ਹੋ ਜਾਣਗੇ। ਇਹਨਾਂ ਹਾਲਾਤਾਂ ਵਿੱਚ ਉਹ ਜੋਕੀ ਤੋਂ ਢੋਆ ਢੁਆਈ ਵਾਲੇ ਘੋੜੇ ਵਿੱਚ ਤਬਦੀਲ ਹੋ ਜਾਣਗੇ। ਜਾਤੀ ਪੱਧਰ ਤੇ ਵੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੇ ਸਬੰਧ ਬਹੁਤ ਹੀ ਅਸਹਿਜ ਤੇ ਦੁਸ਼ਕੁੜਤਨ ਭਰੇ ਹਨ। ਨਰਿੰਦਰ ਮੋਦੀ ਗਾਂਧੀ ਪਰਿਵਾਰ ਨੂੰ ਹੀ ਦੇਸ਼ ਦੀ ਹਰ ਸਮੱਸਿਆ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ, ਇੱਥੋਂ ਤੱਕ ਕਿ ਜਵਾਹਰ ਲਾਲ ਨਹਿਰੂ ਤੱਕ ਵੀ ਪਹੁੰਚ ਜਾਂਦੇ ਨੇ।
ਰਾਹੁਲ ਗਾਂਧੀ ਉਹਨਾਂ ਤੇ ਭਾਜਪਾ ਲਈ ਸੌਫਟ ਟਾਰਗੇਟ ਹਨ। ਨਰਿੰਦਰ ਮੋਦੀ ਕਾਂਗਰਸ ਨੂੰ ਹਿੰਦੂ ਵਿਰੋਧੀ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਸਫਲ ਰਹੇ ਹਨ। ਰਾਹੁਲ ਗਾਂਧੀ ਤੇ ਕਾਂਗਰਸ ਦੀ ਆਲਾ ਕਮਾਨ ਨਰਿੰਦਰ ਮੋਦੀ ਤੇ ਭਾਜਪਾ ਨੂੰ ਰਾਸ਼ਟਰਵਾਦੀ ਸਾਜ਼ਿਸ਼ਾਂ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਉਂਦੀ ਹੈ। ਬਾਲਾਕੋਟ ਦੇ ਹਮਲੇ 2019 ਦੇ ਆਮ ਚੁਣਾਵ ਤੋਂ ਠੀਕ ਪਹਿਲਾਂ ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਦੇ 40 ਜਵਾਨਾਂ ਦੀ ਮੌਤ ਵਿੱਚ ਚੁਣਾਵੀ ਸਾਜ਼ਿਸ਼ਾਂ ਵੱਲ ਇਸ਼ਾਰਾ ਕਰਦੇ ਹਨ। ਅਡਾਨੀ ਅੰਬਾਨੀ ਦੇ ਨਾਲ ਨਜ਼ਦੀਕੀ ਸਬੰਧਾਂ, ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦਦਾਰੀ, ਮੀਡੀਆ ਤੇ ਇਜਾਰੇਦਾਰੀ ਅਤੇ ਧਰਮ ਆਧਾਰਿਤ ਪੋਲਰਾਈਜੇਸ਼ਨ ਤੇ ਕਈ ਵੱਡੇ ਉਦਯੋਗਪਤੀਆਂ ਰਹੀ ਦੇਸ਼ ਦੀ ਲੁੱਟ-ਖਸੁੱਟ ਨੂੰ ਮੁੱਦਾ ਬਣਾ ਰਹੇ ਨੇ। ਪੈਟਰੋਲ, ਗੈਸ ਦੀਆਂ ਕੀਮਤਾਂ, ਰੋਜ਼ਾਨਾ ਇਸਤੇਮਾਲ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਤੇ ਸਰਕਾਰ ਨੂੰ ਘਿਰਦੇ ਰਹਿੰਦੇ ਹਨ। ਪਰ ਮਹਿੰਗਾਈ ਜੇ ਮੁੱਦੇ ਤੇ ਕੋਈ ਵੀ ਮੰਤਰੀ ਜਾਂ ਮੀਡੀਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੁੰਦਾ। ਕਾਂਗਰਸ ਇਹ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਸਰਕਾਰ ਦਾ ਧਿਆਨ ਲੋਕ ਪੱਖੀ ਨਾ ਹੋ ਕੇ ਧਰਮ ਆਧਾਰਿਤ ਵੋਟ ਬੈਂਕ ਵੱਲ ਵਧੇਰੇ ਹੈ। ਕੁਝ ਮਹੀਨੇ ਪਹਿਲਾਂ ਤੱਕ ਭਾਰਤੀ ਜਨਤਾ ਪਾਰਟੀ ਇਕੱਲੇ ਦਮ ਤੇ 2024 ਦੀਆਂ ਆਮ ਚੋਣਾਂ ਵਿੱਚ ਜਿੱਤ ਲਈ ਪੂਰਨ ਰੂਪ ਵਿੱਚ ਆਸਵੰਦ ਸੀ। ਸੱਚ ਤਾਂ ਇਹ ਹੈ ਕਿ ਉਹ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਉਚਿਤ ਸਨਮਾਨ ਵੀ ਨਹੀਂ ਸੀ ਦੇ ਰਹੀ, ਬਲਕਿ ਉਹਨਾਂ ਵਿੱਚ ਬਗਾਵਤ ਨੂੰ ਹੱਲਾਸ਼ੇਰੀ ਦਿੰਦੀ ਰਹੀ। ਛੋਟੀਆਂ ਭਾਈਵਾਲ ਪਾਰਟੀਆਂ ਲਈ ਭਾਜਪਾ ਦੀ ਅਣਦੇਖੀ ਮਜਬੂਰੀ ਬਣ ਗਈ ਸੀ, ਕਿਉਂਕਿ ਭਾਜਪਾ ਪੂਰਨ ਬਹੁਮਤ ਵਿੱਚ ਸੀ ਅਤੇ ਵਿਰੋਧ ਦੇ ਅਰਥ ਸੱਤਾ ਸੁੱਖ ਤੋਂ ਬੇਦਖਲ ਹੋਣਾ ਹੀ ਸੀ। ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਿਸਾਲ ਸਾਹਮਣੇ ਸੀ। ਇਹ ਦੋਵੇਂ ਭਾਜਪਾ ਦੀਆਂ ਸਭ ਤੋਂ ਪੁਰਾਣੀਆਂ ਰਾਜਨੀਤਿਕ ਭਾਈਵਾਲ ਪਾਰਟੀਆਂ ਸਨ, ਪਰ ਦਬੰਗ ਭਾਜਪਾਈ ਸਰਕਾਰ ਨੇ ਦੋਵਾਂ ਤੋਂ ਦੂਰੀ ਬਣਾ ਲਈ। ਸ਼ਿਵ ਸੈਨਾ ਵਿੱਚ ਫੁੱਟ ਪਵਾ ਕੇ ਮਹਾਰਾਸ਼ਟਰ ਦੀ ਸਰਕਾਰ ਨੂੰ ਸਥਿਰ ਕਰ ਦਿੱਤਾ, ਪਰ ਸਥਿਤੀ ਵਿੱਚ ਅਚਾਨਕ ਬਦਲਾਅ ਆ ਗਿਆ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਾਲ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਕੋਈ ਧਰਵਾਸ ਮਿਲੀ। ਕਰਨਾਟਕ ਤੇ ਹਿਮਾਚਲ ਵਿੱਚ ਕਾਂਗਰਸ ਦੀ ਜਿੱਤ ਅਤੇ ਬੀਜੇਪੀ ਦੀ ਹਾਰ ਨੇ ਬੀਜੇਪੀ ਨੂੰ ਬੈਕਫੁੱਟ ਤੇ ਲੈ ਆਂਦਾ। ਜੋ ਬੀਜੇਪੀ ਹੁਣ ਤੱਕ ਮੋਦੀ ਵਰਸਸ ਆਲ ਦਾ ਸਲੋਗਨ ਗਾ ਰਹੀ ਸੀ, ਹਰ ਐਰੀ-ਗੈਰੀ ਪਾਰਟੀ ਨਾਲ ਰਾਸ ਲੀਲਾ ਵਾਸਤੇ ਤਿਆਰ ਹੋ ਗਈ। INDIA ਦੇ 26 ਦੇ ਮੁਕਾਬਲੇ 40 ਨੇ ਮੁਕਾਬਲਾ ਸਪੈਸ਼ਲ 26 ਵਰਸਸ ਚਲੀਹਾ ਵਿੱਚ ਬਦਲ ਦਿੱਤਾ। ਦਰਅਸਲ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਦਾ ਓਵਰ ਕੌਨਫੀਡੈਂਸ ਤੇ ਘਮੰਡ ਹੀ ਆੜੇ ਆ ਗਿਆ। ਇਲੈਕਟ੍ਰੋਨਿਕ ਮੀਡੀਆ ਦਾ ਫੂਡ ਪ੍ਰਚਾਰ ਪਕਾਊ ਹੋਣ ਵੱਲ ਵੱਧ ਗਿਆ। ਪਿਛਲੀਆਂ ਸਰਕਾਰਾਂ ਦੀ ਨਿੰਦਾ ਅਤੇ ਸਭ ਕੁਝ ਮੈਂ ਅਤੇ ਮੇਰੀ ਸਰਕਾਰ ਨੇ ਕੀਤਾ ਨੇ ਓਵਰਡੋਜ਼ ਵੱਲ ਕਦਮ ਵਧਾ ਲਏ। ਦਿੱਲੀ ਵਰਗੇ ਛੋਟੇ ਅਤੇ ਅਰਧ ਰਾਜ ਲਈ ਆਮ ਆਦਮੀ ਪਾਰਟੀ ਨਾਲ ਦੁਸ਼ਮਣੀ ਕਰ ਬੈਠੇ। ਪੈਰ ਤੇ ਕੁਹਾੜੀ ਹੀ ਨਹੀਂ ਮਾਰੀ, ਪੈਰ ਹੀ ਕੁਹਾੜੀ ਤੇ ਮਾਰ ਲਿਆ। ਆਮ ਆਦਮੀ ਪਾਰਟੀ ਅਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਮਦਦ ਹੀ ਕਰ ਰਹੀ ਸੀ। ਉਹ ਵਿਰੋਧੀਆਂ ਦੇ ਵੋਟ ਬੈਂਕ ਵਿੱਚ ਭਾਰੀ ਸੰਨ ਲਾ ਰਹੀ ਸੀ ਤੇ ਭਾਜਪਾ ਆਸਾਨ ਜਿੱਤਾਂ ਵੱਲ ਪੇਸ਼ਕਦਮੀ ਕਰਦੀ ਜਾ ਰਹੀ ਸੀ। ਆਮ ਆਦਮੀ ਪਾਰਟੀ ਨੇ ਗੁਜਰਾਤ ਅਸੈਂਬਲੀ ਇਲੈਕਸ਼ਨ ਵਿੱਚ ਕਰੀਬ 14% ਵੋਟ ਖਿੱਚ ਲਿਆ, ਜੋ ਯਕੀਨਨ ਕਾਂਗਰਸ ਦਾ ਹੀ ਸੀ। ਭਾਜਪਾ ਦੀ ਵੱਧਦੀ ਧੌਂਸ ਅਤੇ ਦਖਲਅੰਦਾਜ਼ੀ ਨੇ ਆਮ ਆਦਮੀ ਪਾਰਟੀ ਨੂੰ INDIA ਦਾ ਹਿੱਸਾ ਬਣਨ ਲਈ ਮਜਬੂਰ ਕਰ ਦਿੱਤਾ। ਨਿਤਿਸ਼ ਨੂੰ ਦਬਾਅ ਹੇਠ ਲਿਆਉਣਾ ਮਹਿੰਗਾ ਪੈ ਗਿਆ। ਬਿਹਾਰ ਵੀ ਸਰਕਾਰ ਤੋਂ ਬੇਦਖਲ ਤਾਂ ਹੋਏ ਹੀ, ਨਿਤਿਸ਼ ਨੇ ਲਾਲੂ ਐਂਡ ਸੰਸ ਦੇ ਨੇੜੇ ਆਉਣ ਦਾ ਰਾਹ ਪੱਧਰਾ ਕਰ ਦਿੱਤਾ ਤੇ ਹੁਣ ਨਿਤਿਸ਼ ਹੀ INDIA ਦੇ ਸਭ ਤੋਂ ਵੱਡੇ ਸੰਯੋਜਕ ਬਣਨ ਵੱਲ ਵਧ ਰਹੇ ਹਨ। ਮਰਾਠਾ ਨੇਤਾ ਸ਼ਰਦ ਪਵਾਰ ਦੀ ਪਾਰਟੀ ਤੋੜ ਕੇ ਬਾਕੀਆਂ ਨੂੰ ਸੁਚੇਤ ਕਰ ਦਿੱਤਾ, ਪਰ ਮੈਸੇਜ ਇਹ ਗਿਆ ਕਿ ਭਾਵੇਂ ਜਿੱਤੇ ਕੋਈ ਵੀ, ਵੋਟ ਕਿਸੇ ਨੂੰ ਵੀ ਪਾ ਲਓ, ਸਰਕਾਰ ਭਾਰਤੀ ਜਨਤਾ ਪਾਰਟੀ ਹੀ ਬਣਾਏਗੀ। ਵੈਸੇ ਭਾਰਤ ਦੇ ਲੋਕ ਧਰਮ ਤੋਂ ਇਲਾਵਾ ਜ਼ਿੰਦਗੀ ਜਾਂ ਸੰਸਾਰ ਦੇ ਹਰ ਪਹਿਲੂ ਤੋਂ ਲਾਪਰਵਾਹੀ ਹੁੰਦੇ ਨੇ, ਸੋ ਕਿਹਾ ਨਹੀਂ ਜਾ ਸਕਦਾ ਕਿ ਇਹਨਾਂ ਘਟੀਆ ਰਾਜਨੀਤਿਕ ਹਰਕਤਾਂ, ਚਾਲਾਂ ਕੁਚਾਲਾਂ ਦਾ ਉਹਨਾਂ ਤੇ ਕੀ ਅਸਰ ਹੋਵੇਗਾ। ਧਰਮ ਆਧਾਰਿਤ ਰਾਜਨੀਤੀ ਨੇ ਅਨੇਕਾਂ ਰਾਸ਼ਟਰਾਂ ਨੂੰ ਖਤਰੇ ਵਿੱਚ ਪਾਇਆ ਤੇ ਇਸ ਤਰ੍ਹਾਂ ਦੀ ਰਾਜਨੀਤੀ ਦੀ ਉੱਥੋਂ ਦੇ ਵਸਨੀਕਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਇੱਕ ਮੁੱਦਾ ਜਿਸ ਨੂੰ ਨਰਿੰਦਰ ਮੋਦੀ ਹਮੇਸ਼ਾ ਗਰਵ ਤੇ ਮਾਣ ਨਾਲ ਉਛਾਲਦੇ ਹਨ, ਉਹ ਹੈ ਭਵਿੱਖ ਵਿੱਚ ਭਾਰਤ ਦੀ ਤੀਸਰੀ ਸਭ ਤੋਂ ਵੱਡੀ ਅਰਥ ਵਿਵਸਥਾ ਦਾ ਬਣ ਜਾਣਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਤੀਸਰੀ ਅਰਥ ਵਿਵਸਥਾ ਬਣ ਜਾਵੇਗਾ, ਪਰ ਇਸ ਵਿੱਚ ਸਰਕਾਰ ਦੀ ਹਿੱਸੇਦਾਰੀ ਬੜੀ ਸੀਮਤ ਹੋਵੇਗੀ। 1.5 ਅਰਬ ਦੇ ਕਰੀਬ ਆਬਾਦੀ ਹੋਵੇ ਤਾਂ ਅਰਥ ਵਿਵਸਥਾ ਵੀ ਆਬਾਦੀ ਦੇ ਅਨੁਕੂਲ ਹੀ ਹੋਏਗੀ। ਭਾਰਤ ਦੇ ਬਾਜ਼ਾਰਾਂ ਵਿੱਚ ਵਿਦੇਸ਼ੀ ਇਨਵੈਸਟਮੈਂਟ ਦਾ ਕਾਰਨ ਭਾਰਤ ਦੇ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੋਣਾ ਹੈ, ਨਾ ਕਿ ਭਾਰਤ ਪ੍ਰੇਮ। ਵਿਦੇਸ਼ੀ ਵਪਾਰੀਆਂ ਦਾ ਕੰਮ ਧੰਦਾ ਚਲਾਉਣਾ ਹੈ, ਸੋ ਜਿੱਥੇ ਮੰਗ ਵੱਧ ਹੋਏਗੀ ਉਹ ਉੱਥੇ ਇਨਵੈਸਟ ਕਰਨਗੇ। ਇਹ ਸਿਲਸਿਲਾ ਤਾਂ 1992 ਵਿੱਚ PV ਨਰਸਿਮਹਾ ਰਾਓ ਦੀ ਸਰਕਾਰ ਵੇਲੇ ਤੋਂ ਹੀ ਚੱਲ ਨਿਕਲਿਆ ਸੀ। ਸਰਕਾਰ ਕਿਸੇ ਦੇ ਵੀ ਆ ਜਾਵੇ, ਅਰਥ ਵਿਵਸਥਾ ਦਾ ਰੁਖ ਉੱਪਰੀ ਹੀ ਹੋਵੇਗਾ। ਵੱਧ ਉਪਭੋਗਤਾ, ਵੱਧ ਉਤਪਾਦਨ, ਵੱਧ ਵਿਕਰੀ, ਸਿੱਟਾ ਅਰਥ ਵਿਵਸਥਾ ਦਾ ਵਿਸਤਾਰ ਹੀ ਹੋਵੇਗਾ। ਨਰਿੰਦਰ ਮੋਦੀ ਉੱਪਰ ਮੁਸਲਿਮ ਵਿਰੋਧੀ ਅਤੇ ਗੁਜਰਾਤ ਦੰਗਿਆਂ ਦਾ ਇਲਜ਼ਾਮ ਕਾਂਗਰਸ ਅਤੇ ਇਸ ਦੇ ਸਹਿਯੋਗੀ ਲਗਾਉਂਦੇ ਰਹਿੰਦੇ ਹਨ। ਭਾਰਤੀ ਜਨਤਾ ਪਾਰਟੀ ਇਹਦੇ ਜਵਾਬ ਵਿੱਚ ਕਾਂਗਰਸ ਨੂੰ 1984 ਦੇ ਸਿੱਖ ਨਸਲਕੁਸ਼ੀ ਦੰਗਿਆਂ ਦੀ ਯਾਦ ਦਿਲਾ ਕੇ ਮੁਕਾਬਲੇ ਵਿੱਚ ਆ ਜਾਂਦੀ ਹੈ। ਪਰ ਮਾਈਨੋਰਟੀ ਦੀ ਹਾਲਤ ਦਿਨ-ਬ-ਦਿਨ ਨਿਘਾਰ ਵੱਲ ਜਾ ਰਹੀ ਹੈ। ਸਿੱਖ ਸਮੁਦਾਇ ਦੀ ਸਥਿਤੀ ਬੜੀ ਅਜੀਬ ਹੋ ਗਈ ਹੈ। ਕਾਂਗਰਸ ਦੇ ਹੱਥ ਵਿਦੋਸ਼ੇ ਸਿੱਖਾਂ ਦੇ ਖੂਨ ਨਾਲ ਲੱਥਪੱਥ ਹਨ ਅਤੇ ਬੀਜੇਪੀ ਹਿੰਦੂ ਰਾਸ਼ਟਰ ਦੇ ਨਾਅਰਿਆਂ ਦੀ ਮੁੱਖ ਸਮਰਥਕ ਹੈ। ਬਾਗੇਸ਼ਵਰ ਧਾਮ ਦੇ ਧਰਿੰਦਰ ਵਰਗੇ ਅਖੌਤੀ ਬਾਬਿਆਂ ਨੂੰ ਬੀਜੇਪੀ ਆਪਣੇ ਹੱਕ ਵਿੱਚ ਭੁਗਤਾਨ ਲਈ ਕਾਹਲੀ ਪਈ ਹੋਈ ਹੈ। ਸਿਰਸਾ ਡੇਰੇ ਦੇ ਮੁਖੀ ਨੂੰ ਹਰ 3 ਮਹੀਨਿਆਂ ਬਾਅਦ ਜ਼ਮਾਨਤ ਮਿਲ ਜਾਂਦੀ ਹੈ, ਜਦਕਿ ਰਾਮ ਰਹੀਮ ਕਤਲ ਤੇ ਬਲਾਤਕਾਰ ਵਰਗੇ ਹਰ ਗੰਭੀਰ ਦੋਸ਼ਾਂ ਦੀ ਸਜ਼ਾ ਭੁਗਤ ਰਿਹਾ ਹੈ। ਸਿੱਖ ਖੇਤਰਾਂ ਵਿੱਚ ਇਹਨਾਂ ਨੂੰ ਸਿੱਖ ਵਿਰੋਧੀ ਸਾਜ਼ਿਸ਼ਾਂ ਹੀ ਸਮਝਿਆ ਜਾਂਦਾ ਹੈ। ਦੋਵੇਂ ਧੜੇ ਹੀ ਆਪਣੇ ਆਪ ਨੂੰ ਸੈਕੂਲਰ ਹੋਣ ਦਾ ਦਮ ਭਰਦੇ ਹਨ, ਪਰ ਸੱਚ ਇਹ ਹੈ ਕਿ ਮਾਈਨੋਰਟੀ ਵਿਰੁੱਧ ਜ਼ਹਿਰ ਉਗਲ ਕੇ ਹਿੰਦੂ ਵੋਟਾਂ ਨੂੰ ਸਾਧਣ ਦੇ ਯਤਨ ਕੀਤੇ ਜਾ ਰਹੇ ਨੇ। ਕਈ ਘਟੀਆ ਸੋਚ
ਸੋਚ ਵਾਲੇ ਵਿਅਕਤੀ ਉੱਚੀਆਂ ਪਦਵੀਆਂ ਤੇ ਕਾਬਜ ਹੋ ਜਾਂਦੇ ਹਨ ਤੇ ਕਈ ਯੋਗ ਵਿਅਕਤੀ ਨੀਵੀਆਂ ਥਾਵਾਂ ਤੇ ਘਸਦੇ ਰਹਿੰਦੇ ਨੇ। ਹਕੂਮਤਾਂ ਜਿਨ੍ਹਾਂ ਨੂੰ ਕਾਰਨਾਮੇ ਦੱਸ ਕੇ ਆਪਣੀ ਪਿੱਠ ਠੋਕਦੀਆਂ ਹਨ, ਕੁਝ ਸਮੇਂ ਬਾਅਦ ਉਹ ਕਰਤੂਤਾਂ ਦਾ ਰੂਪ ਧਾਰਨ ਕਰ ਲੈਂਦੇ ਨੇ। ਸੋ ਕਿਹਾ ਨਹੀਂ ਜਾ ਸਕਦਾ ਕਿ 2024 ਵਿੱਚ ਕੌਣ ਦਿੱਲੀ ਫਤਿਹ ਕਰਨ ਵਿੱਚ ਕਾਮਯਾਬ ਹੋਵੇਗਾ, ਪਰ ਮੁਕਾਬਲਾ ਫਸਵਾਂ ਹੀ ਰਹੇਗਾ। ਆਮ ਲੋਕਾਂ ਦੀ ਸਥਿਤੀ ਵਿੱਚ ਸਰਕਾਰ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ 2024 ਦੀਆਂ ਚੋਣਾਂ ਬੇਹੱਦ ਮਨੋਰੰਜਕ ਹੋ ਜਾਣਗੀਆਂ। ਰੱਜ ਕੇ ਚਿੱਕੜ ਉਛਾਲਿਆ ਜਾਏਗਾ, ਮਾਨ ਅਪਮਾਨ, ਇੱਜ਼ਤ ਬੇਇੱਜ਼ਤੀ, ਯਸ਼ ਅਪਯਸ਼ ਵਿੱਚ ਫਰਕ ਮਿਟ ਜਾਏਗਾ। ਮੈਂ ਅਤੇ ਸਿਰਫ ਮੈਂ ਦਾ ਸਪੀਕਰ ਦਿਨ ਰਾਤ ਖੜਕੂ, ਪਰ ਨੇਤਾਵਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੱਤਾ ਪ੍ਰਾਪਤੀ ਲਈ ਕੁਝ ਵੀ ਕੀਤਾ ਜਾ ਸਕਦਾ ਹੈ। ਜਿਨ੍ਹਾਂ ਦੇ ਸਿਰ ਵਿੱਚ ਛਿੱਤਰ ਪੈਣਗੇ ਉਹੀ ਕੱਲ ਤਲਵੇ ਚੜ੍ਹਦੇ ਨਜ਼ਰ ਆ ਸਕਦੇ ਨੇ। ਜਿਨ੍ਹਾਂ ਨੂੰ ਨਿੰਦਿਆ ਜਾਵੇਗਾ, ਬਾਅਦ ਵਿੱਚ ਉਹਨਾਂ ਦੀ ਹੀ ਖੁਸ਼ਾਮਦੀ ਵਡਿਆਈ ਦੇ ਸੋਹਲੇ ਗਾਏ ਜਾਣਗੇ। ਧੰਨ ਨੇ ਭਾਰਤ ਦੀ ਰਾਜਨੀਤੀ ਤੇ ਰਾਜਨੀਤਿਕ। ਸਲੂਟ ਹੈ ਇਹਨਾਂ ਨੂੰ। ਅੱਜ ਦਾ ਇਹ ਐਪੀਸੋਡ ਆਪ ਜੀ ਨੂੰ ਕਿਹੋ ਜਿਹਾ ਲੱਗਾ, ਕਮੈਂਟ ਵਿੱਚ ਜ਼ਰੂਰ ਦੱਸਣਾ। ਇੱਕ ਲਾਈਕ ਤੇ ਸਬਸਕ੍ਰਾਈਬ ਤਾਂ ਬਣਦਾ ਹੀ ਹੈ।